बच्चों अज असीं तुलना बारे सिखांगे। देखो मेरे हाथ दियां मुट्ठियां, तुहानूं किस मुट्ठी दे विच ज़्यादा चौक लगदे हन? शाबाश, वेरी गुड। देखो इस मुट्ठी विच कितने चौक हन? 1 2 3 4 5। और इस मुट्ठी विच 2। शाबाश। किस हथेली दे उत्ते ज़्यादा चौक हन? जिस विच 5 हन। शाबाश। और इस हथेली विच मेरे 2 चौक हन। इस हथेली वाले चौक किन्ने वध हन? देखो 1 2 2 तो उधर भी हन। और इधरले पासे किन्ने वध हन? 1 2 3। शाबाश। दूसरी हथेली दे विच 3 चौक वध हन। अगला है हरेक समूह दे चित्रां नूं गिनो, लिखो अते वड्डे अंक ते चक्कर लगाओ। शाबाश। चलो गिनना शुरू करते हाँ। 1 2 3 4 5 6 7 8। किन्ने हो गए हैं? 8। इत्थे आपां लिखांगे 8। दूसरा समूह लेने हाँ। 1 2 3 4 5 6। इस समूह दे विच किन्ने अंब हन? 6। इस तो बाद आपां देखते हाँ। 1 2 3 4 5। शाबाश। इस विच 5 हन। 1 2 3 4 5 6। इस विच 6 हन। हुण देखो बच्चों, जो उपरले समूह विच मैंगोज आपां नूं अंब दित्ते सन, एक समूह दे विच 8 हन, दूसरे विच 6। जिहड़ा अंक बाद विच आउंदा है वो वड्डा हुंदा है गिनती दे विच, जिहड़ा पहला आंदा है वो छोटा हुंदा है। हुण इस दे विच वड्डा किहड़ा है? 8। हुण तुसीं खुद देखो, जेकर मैं तुहानूं 6 अंब देवां और एक दूसरे बच्चे नूं मैं 8 अंब देवां, तो एक बच्चे को 6, एक बच्चे को 8। जिस कोल 6 अंब हन उस तो जिस कोल 8 अंब हन 2 अंब ज़्यादा हन। 6 दे विच आपां 2 जोड़िए 6 7 8, मतलब 8 6 नालों वड्डा है। इस तो बाद देखो दूसरा, इत्थे अपने कोल 6 जो है लैंप्स शेप दिती हुई है, और इस समूह दे विच 5 छोटा है 6 वड्डा है, इसलिए 5 तो 6 एक अंक वड्डा है, इसलिए आपां 6 नूं इत्थे सर्कल कर दिता। जो अगला है हरेक समूह दे चित्रां नूं गिनो, लिखो अते छोटे अंक ते चक्कर लगाओ। चलो आपां इस समूह दे विच तारियां नूं गिनदे हां। 1 2 3 4 5 6 7 8। इत्थे आपां किन्ने लिखांगे? 8। शाबाश। इस समूह दे विच ग्रुप च देखो किन्ने हन? 1 2 3 4 5 6। इत्थे आपां लिखांगे 6। हुण 8 नालों 6 छोटे हन। कितना फर्क है इन्हां दोनों दे विच? 2 दा, इसलिए आपां 6 नूं सर्कल कर दित्ता।
ਚਲੋ ਹੁਣ ਇੱਧਰ ਮੁਰਗੀਆਂ ਦੀ ਗਿਣਤੀ ਕਰਦੇ ਹਾਂ ਇਸ ਸਮੂਹ ਦੇ ਵਿੱਚ 1 2 3 4 5 6 7 ਇੱਥੇ ਆਪਾਂ ਲਿਖਾਂਗੇ 7 और इस समूह ਦੇ ਵਿੱਚ 1 2 3 4 5 6 7 8 शाबाश ਇੱਥੇ ਆਪਾਂ ਲਿਖਾਂਗੇ 8 ਹੁਣ 8 ਵੱਡੇ ਹਨ ਅਤੇ 7 ਛੋਟੇ ਹਨ ਆਪਾਂ 7 ਨੂੰ ਸਰਕਲ ਕਰ ਦਿੱਤਾ ਕਰੀਏ ਵੱਡੇ ਅੰਕ ਅਤੇ ਛੋਟੇ ਅੰਕ ਵਿੱਚ ਸਮਝ ਲਓ ਤੁਸੀਂ ਟੱਕਰ ਵੱਡੇ ਅੰਕ ਨੂੰ ਲੱਭ ਕੇ ਲਗਾਓ ਉਸ ਤੇ ਚੱਕਰ ਦੇਖੋ ਬੱਚਿਓ ਇਸ ਵਿੱਚ 8 ਅਤੇ 3 ਦੋ ਅੰਕ ਦਿੱਤੇ ਹਨ ਵੱਡਾ ਅੰਕ 8 ਹੈ ਇਸ ਲਈ 8 ਨੂੰ ਸਰਕਲ ਕੀਤਾ ਗਿਆ ਹੈ ਦੂਸਰਾ ਹੈ 5 ਅਤੇ 2 ਆਪਾਂ ਇੱਥੇ 5 ਜੋ ਕਿ ਵੱਡਾ ਅੰਕ ਹੈ ਇਸ ਨੂੰ ਸਰਕਲ ਕਰਾਂਗੇ ਤੀਸਰੇ ਵਿੱਚ 4 ਅਤੇ 3 ਹਨ ਆਪਾਂ ਇੱਥੇ 4 ਨੂੰ ਸਰਕਲ ਕਰ ਦੇਵਾਂਗੇ ਅਗਲੇ ਵਿੱਚ 8 ਅਤੇ 7 ਦੱਸੋ 8 ਵੱਡਾ ਹੈ ਜਾਂ 7 ਸ਼ਾਬਾਸ਼ 8 ਵੱਡਾ ਹੈ 9 6 ਇਸ ਵਿੱਚ 9 ਅੰਕ ਵੱਡਾ ਹੈ 8 3 3 छोटा है 8 ਵੱਡਾ ਹੈ ਸ਼ਾਬਾਸ਼ ਛੋਟੇ ਅੰਕ ਤੇ ਵੱਡੇ ਅੰਕ ਵਿੱਚ ਸਮਝ ਲਓ ਤੁਸੀਂ ਟੱਕਰ ਛੋਟੇ ਅੰਕ ਨੂੰ ਲੱਭ ਕੇ ਲਗਾਓ ਉਸ ਤੇ ਚੱਕਰ ਜਿਸ ਤਰ੍ਹਾਂ ਆਪਾਂ ਉੱਪਰ ਵੱਡੇ ਅੰਕ ਨੂੰ ਲੱਭਿਆ ਸੀ ਹੁਣ ਆਪਾਂ ਛੋਟੇ ਅੰਕ ਨੂੰ ਲੱਭਣਾ ਹੈ 9 ਅਤੇ 6 ਵਿੱਚੋਂ 6 ਛੋਟਾ ਅੰਕ ਹੈ ਆਪਾਂ 6 ਨੂੰ ਸਰਕਲ ਕਰ ਦਿੱਤਾ ਹੁਣ 5 ਅਤੇ 3 ਵਿੱਚੋਂ 3 ਛੋਟਾ ਹੈ ਆਪਾਂ ਛੋਟੇ ਨੂੰ ਸਰਕਲ ਕਰ ਦਿੱਤਾ 9 ਅਤੇ 2 ਵਿੱਚੋਂ 2 ਛੋਟਾ ਹੈ ਉਹਨੂੰ ਸਰਕਲ ਕਰ ਦਿੱਤਾ 7 ਅਤੇ 5 ਵਿੱਚੋਂ 5 ਛੋਟਾ ਆਪਾਂ 5 ਨੂੰ ਸਰਕਲ ਕਰ ਦਿੱਤਾ 4 ਅਤੇ 6 ਵਿੱਚੋਂ 4 ਛੋਟਾ ਹੈ ਆਪਾਂ 4 ਨੂੰ ਸਰਕਲ ਕਰ ਦੇਵਾਂਗੇ 2 ਅਤੇ 27 ਵਿੱਚੋਂ ਕਿਹੜਾ ਛੋਟਾ ਹੈ 2 ਸ਼ਾਬਾਸ਼ ਆਪਾਂ ਇਸ ਨੂੰ ਸਰਕਲ ਕਰ ਦਿੱਤਾ ਤੁਸੀਂ ਇਸੇ ਤਰ੍ਹਾਂ ਹੀ ਆਪਣੀਆਂ ਕਿਤਾਬਾਂ ਦੇ ਉੱਤੇ ਕਰਨਾ ਹੈ ਆਪਣੇ ਖੱਬੇ ਹੱਥ ਵਿੱਚ ਕਿੰਨੀਆਂ ਉਂਗਲਾਂ ਹਨ 1 2 3 4 5 ਔਰ ਸੱਜੇ ਵਿੱਚ ਦੇਖੋ 1 2 3 4 5 ਇੱਧਰ ਵੀ 5 ਨੇ ਔਰ ਇਸ ਹੱਥ ਵਿੱਚ ਵੀ 5 ਹੀ ਉਂਗਲਾਂ ਨੇ ਇਹਦਾ ਮਤਲਬ ਇਹ ਹੱਥ ਦੀਆਂ ਉਂਗਲਾਂ ਇਸ ਹੱਥ ਦੀਆਂ ਉਂਗਲਾਂ ਦੇ ਬਰਾਬਰ ਹਨ ਨਾ ਘੱਟ ਹੈ ਤੇ ਨਾ ਹੀ ਵੱਧ ਦੇਖੋ ਬੱਚਿਓ ਇੱਥੇ ਆਪਾਂ ਨੂੰ ਕਿੰਨੇ ਕਲੌਕ ਦਿੱਤੇ ਗਏ ਹਨ 1 2 3 और इत्थे भी 1 2 3 इसका मतलब इत्थे भी 3 क्लॉक ने और इधर भी 3 ही हैं तो ये संख्या जी 3 3 बराबर है हाँ जी इत्थे देखो किन्ने दरखत दिते हैं 1 2 1 2 इस विच 2 दरखत आपां नूं दिते गए हैं और इत्थे भी 2 दरखत ही दिते गए तो मतलब ये दोनों संख्यावां बराबर हैं जो हाथ दी ਉਂਗਲਾਂ ਤੋਂ ਹੁਣ ਆਪਾਂ ਪੁੱਠੀ ਗਿਣਤੀ ਕਰਾਂਗੇ ਇਹ ਕਿੰਨੀਆਂ ਉਂਗਲਾਂ ਹਨ 1 2 3 4 5 6 7 8 9 10 10 ਦੇ ਵਿੱਚੋਂ ਆਪਾਂ ਇੱਕ ਉਂਗਲ ਘਟਾ ਦਿੱਤੀ ਕਿੰਨੀਆਂ ਰਹਿ ਗਈਆਂ 1 2 3 4 5 6 7 8 9 ਦੇਖੋ ਇੱਥੇ ਆਪਾਂ 9 ਉਂਗਲਾਂ ਲਈਆਂ ਉਸ ਤੋਂ ਬਾਅਦ 9 ਦੇ ਵਿੱਚੋਂ ਇੱਕ ਉਂਗਲ ਹੋਰ ਘਟਾ ਦਿਓ ਤਾਂ ਇਹ ਰਹਿ ਗਈਆਂ 8 ਉਂਗਲਾਂ ਸ਼ਾਬਾਸ਼ ਉਸ ਤੋਂ ਬਾਅਦ ਇੱਕ ਉਂਗਲ ਹੋਰ ਘਟਾ ਦਿੱਤੀ ਆਪਾਂ
ਤਾਂ ਕਿੰਨੀਆਂ ਰਹਿ ਗਈਆਂ 5 6 7। ਇਸ ਤੋਂ ਬਾਅਦ ਆਪਾਂ ਇੱਕ ਉਂਗਲ ਹੋਰ ਘਟਾ ਦਿੰਨੇ ਆ, ਕਿੰਨੀਆਂ ਬਣ ਗਈਆਂ 5 ਤੇ 1 6। ਇੱਕ ਉਂਗਲ ਹੋਰ ਘਟਾਈ, ਕਿੰਨੀਆਂ ਰਹਿ ਗਈਆਂ 5। 5 ਚੋਂ ਇੱਕ ਉਂਗਲ ਹੋਰ ਘਟਾ ਦਿੱਤੀ ਆਪਾਂ, ਰਹਿ ਗਈਆਂ 4। ਇੱਕ ਉਂਗਲ ਹੋਰ ਘਟ ਗਈ ਤਾਂ ਰਹਿ ਗਈਆਂ 3। ਇੱਕ ਉਂਗਲ ਹੋਰ ਘਟ ਗਈ ਤਾਂ ਰਹਿ ਗਈਆਂ 2। ਇੱਕ ਉਂਗਲ ਹੋਰ ਘਟਾਤੀ ਆਪਾਂ, ਰਹਿ ਗਈ ਸਿਰਫ ਇੱਕ ਉਂਗਲ। ਸ਼ਾਬਾਸ਼। ਇਸ ਤਰ੍ਹਾਂ ਤੁਸੀਂ ਆਪਣੇ ਹੱਥ ਦੀਆਂ ਉਂਗਲਾਂ ਦੇ ਨਾਲ ਪੁੱਠੀ ਗਿਣਤੀ ਕਰਨੀ ਹੈ ਔਰ ਇੱਥੇ ਵੀ ਗਿਣਤੀ ਨੂੰ ਤੁਸੀਂ ਜਿਹੜਾ ਵਾ ਲਿਖਣਾ ਹੈ ਜਿਸ ਤਰ੍ਹਾਂ ਦਿੱਤਾ ਹੋਇਆ ਹੈ 9 8 7 6 5 4 3 2 1। चलो शाबाश। फिर दोबारा करते हैं 9 8 7 6 5 4 3 2 1। ये ਪੁੱਠੀ ਗਿਣਤੀ ਦੇ ਕ੍ਰਮ ਅਨੁਸਾਰ ਮਿਲਾਓ। ਅਵਨੀਤ ਨੂੰ ਮਾਮਾ ਜੀ ਦੇ ਘਰ ਪਹੁੰਚਾਓ। ਚਲੋ ਆਪਾਂ ਪੁੱਠੀ ਗਿਣਤੀ ਤੋਂ ਚੱਲਦੇ ਹਾਂ। 9 ਤੋਂ 8 7 6 5 4 3 2। ਲੱਭੋ ਤਾਂ ਇੱਕ ਕਿੱਥੇ ਲਿਖਿਆ ਹੈ? ਸ਼ਾਬਾਸ਼, ਵੈਰੀ ਗੁੱਡ। ਇਸ ਘਰ ਵਿੱਚ ਇੱਕ ਲਿਖਿਆ ਹੋਇਆ ਹੈ। ਅਰੇ ਆਪਣੇ ਮਾਮਾ ਜੀ ਦੇ ਘਰ ਪਹੁੰਚ ਗਏ। ਸ਼ਾਬਾਸ਼। ਅਰੇ ਬੱਚਿਓ, ਮੇਰੇ ਕੋਲ ਕਿੰਨੀਆਂ ਪੈਨਸਲਾਂ ਹਨ? 1 2। ਕਿੰਨੀਆਂ ਪੈਨਸਲਾਂ ਹਨ ਮੇਰੇ ਕੋਲ? 2 ਪੈਨਸਿਲਾਂ। ਹੁਣ ਤੁਸੀਂ ਵੀ ਆਪਣੇ ਕੋਲ 2 ਪੈਨਸਿਲਾਂ ਲੈਣੀਆਂ ਹਨ। ਉਹਦੇ ਵਿੱਚੋਂ ਇੱਕ ਪੈਨਸਿਲ ਜਿਹੜੀ ਹੈ ਉਹ ਮੇਜ਼ ਦੇ ਉੱਤੇ ਰੱਖ ਦੇਣੀ ਹੈ। ਪੈਨਸਿਲ ਨੂੰ ਆਪਾਂ ਮੇਜ਼ ਦੇ ਉੱਤੇ ਰੱਖ ਦੇਵਾਂਗੇ, ਠੀਕ ਹੈ। ਉਸ ਤੋਂ ਬਾਅਦ ਮੇਰੇ ਕੋਲ ਕਿੰਨੀ ਪੈਨਸਿਲ ਬਚ ਜਾਏਗੀ? ਇੱਕ ਪੈਨਸਿਲ। ਹੁਣ ਮੈਂ ਇਸ ਪੈਨਸਿਲ ਨੂੰ ਵੀ ਮੇਜ਼ ਦੇ ਉੱਤੇ ਰੱਖ ਦੇਵਾਂਗੀ। ਦੇਖੋ ਆਪਣੀਆਂ ਦੋਨੋਂ ਪੈਨਸਿਲਾਂ ਹੁਣ ਮੇਜ਼ ਦੇ ਉੱਤੇ ਆ ਗਈਆਂ ਨੇ। ਹੁਣ ਬੋਲੋ, ਮੇਰੇ ਕੋਲ ਕੋਈ ਪੈਨਸਿਲ ਬਚੇਗੀ? ਮੇਰੇ ਕੋਲ ਪਹਿਲਾਂ 2 ਪੈਨਸਿਲਾਂ ਸਨ। ਪਹਿਲਾਂ ਇੱਕ ਪੈਨਸਿਲ ਰੱਖੀ ਮੇਜ਼ ਤੇ, ਫਿਰ ਦੂਸਰੀ। ਹੁਣ ਮੇਰੇ ਕੋਲ ਕੋਈ ਪੈਨਸਿਲ ਬਚੀ ਹੈ? ਨਹੀਂ, ਮੇਰੇ ਕੋਲ ਕੋਈ ਪੈਨਸਿਲ ਨਹੀਂ ਬਚੀ ਹੈ। ਪਿਆਰੇ ਬੱਚੋ, ਮੈਂ ਹੁਣ ਮੇਜ਼ ਦੇਖੋ ਤੁਹਾਡੇ ਸਾਹਮਣੇ 2 ਕਿਤਾਬਾਂ ਰੱਖਾਂਗੀ, 1 ਅਤੇ 2, ਠੀਕ ਹੈ। ਇਸ ਤੋਂ ਬਾਅਦ ਮੈਂ ਇੱਕ ਕਿਤਾਬ ਰਹਿਣ ਦਿੱਤੀ, ਇੱਕ ਕਿਤਾਬ ਉਠਾ ਲਈ। ਹੁਣ ਇਸ ਉੱਤੇ ਮੇਜ਼ ਤੇ ਕਿੰਨੀਆਂ ਕਿਤਾਬਾਂ ਹਨ? 1। ਇਸ ਤੋਂ ਬਾਅਦ ਇਹ ਕਿਤਾਬ ਨੂੰ ਮੈਂ ਉਠਾ ਲਵਾਂਗੀ ਤਾਂ ਇੱਥੇ ਕਿੰਨੀਆਂ ਕਿਤਾਬਾਂ ਬਚੀਆਂ? ਕੋਈ ਵੀ ਨਹੀਂ। ਸ਼ਾਬਾਸ਼। ਇਸ ਗਤੀਵਿਧੀ ਨੂੰ ਤੁਸੀਂ ਆਪਣੇ ਘਰ ਕਰਨਾ ਹੈ। ਹੁਣ ਆਪਾਂ ਮੋਤੀਆਂ ਨੂੰ ਗਿਣਾਂਗੇ ਤੇ ਲਿਖਾਂਗੇ। ਇੱਥੇ ਕਿੰਨੇ ਮੋਤੀ ਹਨ? 1 2 3 4। ਔਰ ਇੱਥੇ ਕੋਈ ਮੋਤੀ ਹੈ? ਨਹੀਂ। ਤਾਂ ਆਪਾਂ ਉਸ ਲਈ ਕੀ ਯੂਜ਼ ਕਰਦੇ ਹਾਂ, ਕੀ ਵਰਤਦੇ ਹਾਂ? 0। ਇਸ ਨੂੰ ਆਖਦੇ ਨੇ 0। ਹੁਣ ਇੱਥੇ ਦੇਖੋ ਕਿੰਨੇ ਫੁੱਲ ਨੇ? ਇੱਥੇ 1 2 3 ਫੁੱਲ ਨੇ ਤੇ ਆਪਾਂ 3 ਲਿਖ ਦਿੱਤਾ। ਇੱਥੇ ਕੋਈ ਫੁੱਲ ਹੈ? ਨਹੀਂ, ਕੋਈ ਫੁੱਲ ਨਹੀਂ। 0। ਹੁਣ ਦੇਖੋ ਇਸ ਥਾਲ ਵਿੱਚ ਕਿੰਨੇ ਅੰਬ ਨੇ? 1 2 3 4 ਅੰਬ। ਔਰ ਇਸ ਥਾਲੀ ਵਿੱਚ ਕੋਈ ਨਹੀਂ ਲਈ ਆਪਾਂ 0 ਨੂੰ ਵਰਤਦੇ ਹਾਂ। ਪਿਆਰੇ ਬੱਚਿਓ, ਆਪਾਂ ਇੱਥੇ 1 ਤੋਂ 9 ਤੱਕ ਸਿੱਧੀ ਗਿਣਤੀ ਲਿਖਾਂਗੇ। ਦੇਖੋ 1 2 3 4 5 6 7 8 9। शाबाश। ਵੱਡੀ ਸੰਖਿਆ ਉੱਤੇ ਚੱਕਰ ਲਗਾਓ। 3
4 9 6 ਇਸ ਵਿੱਚ 9 ਵੱਡਾ ਹੈ, ਆਪਾਂ ਇਸ ਨੂੰ ਸਰਕਲ ਕਰ ਦਿੰਦੇ 2 1 7 9 ਇਸ ਵਿੱਚ 9 ਵੱਡਾ ਹੈ। ਬਿਲਕੁਲ ਪਹਿਲਾਂ, ਬਿਲਕੁਲ ਬਾਅਦ ਅਤੇ ਵਿਚਕਾਰ ਵਾਲੇ ਅੰਕ ਖਾਲੀ ਥਾਵਾਂ ਵਿੱਚ ਭਰੋ। ਹਾਂਜੀ ਬੋਲੋ, ਬਿਲਕੁਲ ਪਹਿਲਾਂ ਕਿਹੜਾ ਆਏਗਾ? 7। ਸ਼ਾਬਾਸ਼। 5 ਤੋਂ ਪਹਿਲਾਂ 4। ਇਸ ਤੋਂ ਬਾਅਦ ਵਿੱਚ ਕਿਹੜਾ ਆਏਗਾ? 7 8। ਜੇਕਰ ਤੁਹਾਨੂੰ ਭੁੱਲ ਜਾਵੇ ਤਾਂ ਤੁਸੀਂ ਗਿਣਤੀ ਗਿਣ ਕੇ ਦੇਖ ਸਕਦੇ ਹੋ। 1 2 3 4 5 6 7 8। 1 2 3 4 5। ਸ਼ਾਬਾਸ਼। ਹੁਣ ਦੇਖੋ 7 ਅਤੇ 9 ਦੇ ਵਿਚਕਾਰ ਕਿੰਨਾ ਆਉਂਦਾ ਹੈ? 8। 4 ਅਤੇ 6 ਦੇ ਵਿਚਕਾਰ 5 ਆਏਗਾ। ਸ਼ਾਬਾਸ਼, ਵੈਰੀ ਗੁੱਡ। ਹੁਣ ਆਪਾਂ 9 ਤੋਂ 1 ਤੱਕ ਗਿਣਤੀ ਪੁੱਠੀ ਲਿਖਾਂਗੇ। ਚਲੋ ਲਿਖਦੇ ਹਾਂ 9 8 7 6 5 4 3 2 1। ਵੈਰੀ ਗੁੱਡ। ਛੋਟੀ ਸੰਖਿਆ ਤੇ ਚੱਕਰ ਲਗਾਓ। 3 5 7 9। ਸਭ ਤੋਂ ਛੋਟੀ ਕਿਹੜੀ ਹੈ? 3। ਇਸ ਵਿੱਚ 8 6 9 8। ਇਸ ਵਿੱਚ 6 ਛੋਟੇ ਨੇ। ਚਲੋ ਆਪਾਂ ਅੱਗੋਂ ਕਰਦੇ ਹਾਂ। ਗਿਣੋ ਅਤੇ ਲਿਖੋ। 1 2 3। ਇੱਥੇ ਆਪਾਂ ਲਿਖਾਂਗੇ 3। 1 2 3 4 5 6 6। 1 2 3 4 5 6 7 8 9। ਇੱਥੇ ਆਪਾਂ ਲਿਖਾਂਗੇ 9। ਸ਼ਾਬਾਸ਼। ਇਸ ਨੂੰ ਤੁਸੀਂ ਆਪਣੀਆਂ ਬੁੱਕਸ ਦੇ ਉੱਤੇ ਕਰਨਾ ਹੈ।